ਹਰਪ੍ਰੀਤ ਸਿੰਘ ਜਵੰਦਾ ਦੀ ਕਹਾਣੀ। ਮੈਨੂੰ ਕੁੱਤਿਆਂ ਤੋਂ ਸਖਤ ਨਫ਼ਰਤ ਸੀ। ਇੱਕ ਦਿਨ ਢਾਰੇ ਵਿੱਚ ਕਿੰਨੇ ਸਾਰੇ ਨਵੇਂ ਜੰਮੇ ਕਤੂਰੇ ਵੇਖ ਲਏ। ਬੀਜੀ ਨੂੰ ਸ਼ਾਇਦ ਪਤਾ ਸੀ। ਮੇਰੇ ਸਾਹਮਣੇ ਚੋਪੜੀ ਰੋਟੀ ਪਾ ਕੇ ਆਈ। ਤੁਰੀ ਜਾਂਦੀ ਆਖ ਰਹੀ ਸੀ, ਅਸੀਂ ਇੱਕ ਜੰਮੀਆਂ ਤਾਂ ਦੇਸੀ ਘਿਓ ਦੀ ਪੰਜੀਰੀ, ਇਹ ਵਿਚਾਰੀ ਵੀ ਤਾਂ ਉਤਲੇ ਜਹਾਨੋਂ ਹੋ ਕੇ ਮੁੜੀ ਹੈ। ਇੱਕ ਦਿਨ ਜਦੋਂ ਦੋਵੇਂ ਮਾਵਾਂ ਇੱਧਰ ਉੱਧਰ ਹੋਈਆਂ ਤਾਂ ਮੈਂ ਸਾਰੇ ਬੋਰੀ 'ਚ ਪਾ ਦੂਰ ਛੱਡ ਆਇਆ। ਆਥਣ ਵੇਲੇ ਬਨੇਰੇ ਤੇ ਚੜੀ ਚੂੰ ਚੂੰ ਕਰਦੀ ਰੋਈ ਜਾਵੇ। ਥਣ ਦੁੱਧ ਨਾਲ ਨੱਕੋ ਨੱਕ ਭਰੇ। ਬੀਜੀ ਨੂੰ ਪਤਾ ਲੱਗਾ ਤਾਂ ਆਖਣ ਲੱਗੀ, ਜਿਹਨੇ ਵੀ ਇਹ ਕਰਤੂਤ ਕੀਤੀ ਹੁਣੇ ਮੋੜ ਕੇ ਲਿਆਵੇ, ਨਹੀਂ ਤਾਂ ਮੈਥੋਂ ਬੁਰਾ ਕੋਈ ਨਹੀਂ। ਮੈਂ ਜੀਪ ਸਟਾਰਟ ਕਰ ਤੁਰਨ ਲੱਗਾ ਤਾਂ ਕਤੂਰੀਆਂ ਦੀ ਮਾਂ ਵੀ ਨਾਲ ਹੀ ਹੋ ਤੁਰੀ। ਏਡਾ ਸਿਆਣਾ ਜੀ 2 ਕਿਲੋਮੀਟਰ ਨਾਲ ਨਾਲ ਦੌੜੀ ਆਈ। ਦੂਰ ਝਾੜੀਆਂ 'ਚ ਬੈਠੇ ਉਹ ਸਾਰੇ ਰੋਈ ਜਾ ਰਹੇ ਸਨ। ਜਾਂਦਿਆਂ ਹੀ ਦੁੱਧ ਚੁੰਘਾਉਣ ਲੱਗ ਪਈ। ਫਿਰ ਅਗਲੀ ਸਵੇਰ ਢਾਰੇ 'ਚ ਮੁੜ ਰੌਣਕਾਂ ਲੱਗ ਗਈਆਂ। ਸਾਰੀ ਰਾਤ ਹੀ ਸ਼ਾਇਦ ਕੱਲੇ ਨੂੰ ਢੋਂਦੀ ਰਹੀ। ਫਿਰ ਇੱਕ ਦਿਨ ਮੈਂ ਵੇਖਿਆ, ਸਵੇਰੇ ਸਵੇਰੇ ਬਾਹਰ ਤਾਈ ਦੇ ਘਰ ਸਾਹਮਣੇ ਪਹੇ ਤੇ ਭੌਂਕੀ ਜਾ ਰਹੀ ਸੀ। ਕੋਲ ਗਿਆ, ਇੱਕ ਮਰਿਆ ਪਿਆ ਸੀ। ਸਿਰਫ ਮੋਟਰਸਾਈਕਲ ਵਾਲਿਆਂ ਤੇ ਹੀ ਭੌਂਕ ਰਹੀ ਸੀ। ਸ਼ਾਇਦ ਥੱਲੇ ਆਉਂਦਿਆਂ ਵੇਖ ਲਿਆ ਸੀ। ਅਜੀਬ ਮਾਨਸਿਕਤਾ ਸੀ। ਫਿਰ ਤਾਈ ਚੇਤੇ ਆ ਗਈ। ਅਕਸਰ ਆਖਿਆ ਕਰਦੀ, ਹਰੇਕ ਖਾਕੀ ਵਰਦੀ ਵਾਲਾ ਮੈਨੂੰ ਕਾਕੇ ਦਾ ਕਾਤਲ ਲੱਗਦਾ ਹੈ। ਚੱਲ ਕਾਕਾ ਤਾਂ ਮੰਨ ਲਿਆ ਭਗੌੜਾ ਸੀ, ਪਰ ਵੱਡੇ ਸੱਤੇ ਨੂੰ ਕਿਉਂ ਮਾਰਿਆ? ਉਹ ਤਾਂ ਬਾਲ ਬੱਚੇਦਾਰ ਸੀ। ਮੈਂ ਕੋਸ਼ਿਸ਼ ਕੀਤੀ ਉਸ ਭੌਂਕਦੀ ਹੋਈ ਨੂੰ ਉੱਥੋਂ ਉਠਾਉਣ ਦੀ। ਕਿਧਰੇ ਤਾਈ ਦਾ ਧਿਆਨ ਪੈ ਗਿਆ ਤਾਂ ਉਹਨੂੰ ਆਪਣੀ ਕਹਾਣੀ ਚੇਤੇ ਆ ਜਾਣੀ ਹੈ। ਪਰ ਉਹ ਨਾ ਤਾਂ ਆਪ ਹੀ ਉੱਠੀ ਤੇ ਨਾ ਮੁੱਕ ਗਏ ਕੋਲ ਹੀ ਕਿਸੇ ਨੂੰ ਜਾਣ ਦਿੱਤਾ। ਆਥਣ ਵੇਲੇ ਉਹਦੇ ਕੋਲ ਬੈਠੀ ਤਾਈ ਆਖ ਰਹੀ, ਤੇਰਾ ਤੇ ਇੱਕੋ ਮੋਇਆ ਤੇ ਤੂੰ ਭੌਂਕ ਭੌਂਕ ਆਪਣਾ ਗੁਬਾਰ ਕੱਢ ਲਿਆ। ਮੇਰੇ 2 ਗਏ, ਹੁਣ ਮੈਂ ਆਪਣਾ ਢਿੱਡ ਕਿਹਦੇ ਨਾਲ ਫਰੋਲਾਂ? ਸਵੇਰ ਦੀ ਭੌਂਕਦੀ ਹੋਈ ਹੁਣ ਬਿਲਕੁਲ ਸ਼ਾਂਤ ਸੀ ਤੇ ਕੋਲ ਬੈਠੀ ਤਾਈ ਦਾ ਹੱਥ ਚੱਟਦੀ ਹੋਈ ਉਹ ਦੂਜੀ ਮਾਂ ਦਾ ਦੁੱਖ ਵੰਡਾ ਰਹੀ ਸੀ। ਵਾਕਿਆ ਹੀ ਵਰ੍ਹਿਆਂ ਤੋਂ ਅੰਦਰ ਡੱਕੇ ਮਾਵਾਂ ਦੇ ਕਿੰਨੇ ਸਾਰੇ ਗੁਬਾਰ ਹੁਣ ਕੈਂਸਰ ਬਣ ਮੜੀਆਂ ਦਾ ਸ਼ਿੰਗਾਰ ਬਣ ਗਏ ਨੇ। ਉੱਥੇ ਮੜੀਆਂ ਜਿੱਥੇ ਉਹਨਾਂ ਦੇ ਸਿਵੇ ਵੀ ਬਲੇ ਸਨ, ਜਿਹੜੇ ਅਸਲ ਰੱਬ ਨੂੰ ਭੁੱਲ ਕੁਝ ਚਿਰ ਲਈ ਖੁਦ ਰੱਬ ਬਣ ਬੈਠਦਾ ਦੀ ਕਹਾਣੀ। ਸ਼ਰਾਬੀ ਹੋਇਆ ਜਦੋਂ ਵੀ ਗਲੀ ਵਿੱਚ ਦੀ ਲੰਘਦਾ, ਮਾਵਾਂ ਨਿਆਣੇ ਅੰਦਰ ਵਾੜ ਬੂਆ ਭੇੜ ਲਿਆ ਕਰਦੀਆਂ। ਸ਼ਕਲ ਤੋਂ ਬੜਾ ਹੀ ਖੌਫਨਾਕ, ਜਿੰਨੇ ਮੂੰਹ ਉਨੀਆਂ ਹੀ ਗੱਲਾਂ। ਭੇੜੀਆ, ਦੈਂਤ, ਰਾਖਸ਼, ਨਿੱਕੀਆਂ ਕੁੜੀਆਂ ਦਾ ਸ਼ੌਕੀਨ। ਉਸ ਰਾਤ ਭਾਰੀ ਮੀਂਹ ਤੇ ਝੱਖੜ ਨਸ਼ੇ ਵਿੱਚ ਧੁੱਤ ਕੰਧਾਂ ਨੂੰ ਹੱਥ ਪਾਉਂਦਾ ਗਲੀ ਦੇ ਮੋੜ ਤੇ ਆ ਪਹੁੰਚਿਆ। ਅਚਾਨਕ ਇੱਕ ਪਰਛਾਵਾਂ ਜਿਹਾ ਉਹਦੇ ਅੱਗੋਂ ਦੀ ਲੰਘਿਆ ਤੇ ਕੰਧ ਓਲੇ ਜਾ ਗੁਆਚ ਗਿਆ। ਸਾਰੀ ਪੀਤੀ ਲੈ ਗਈ। ਅੱਗੇ ਹੋ ਕੇ ਵੇਖਿਆ, ਪਾਣੀ ਨਾਲ ਗੜੁੱਚ ਨਿੱਕਾ ਜਿਹਾ ਇੱਕ ਵਜੂਦ ਗੋਡਿਆਂ 'ਚ ਸਿਰ ਦਈ ਸੁੰਗੜ ਕੇ ਕੰਧ ਨੂੰ ਢੋ ਲਾਈ ਬੈਠਾ ਸੀ। ਹੱਥ ਨਾਲ ਟੋਇਆ। 14-15 ਵਰ੍ਹਿਆਂ ਦੀ ਕੁੜੀ ਸੀ, ਡਰੀ ਹੋਈ ਤੇ ਠੰਡ ਨਾਲ ਪੂਰੀ ਤਰ੍ਹਾਂ ਕੰਬਦੀ ਹੋਈ। ਬਾਂਹ ਫੜ ਉਠਾ ਲਿਆ ਤੇ ਪੁੱਛਿਆ, ਕੌਣ ਏ ਤੂੰ? ਅੱਗੋਂ ਚੁੱਪ ਰਹੀ। ਉਹ ਗੁੱਸੇ ਨਾਲ ਫੇਰ ਚੀਕਿਆ, ਕੌਣ ਏ ਤੇ ਕਿੱਥੇ ਜਾਣਾ? ਦੱਸ ਮੈਨੂੰ, ਨਹੀਂ ਤੇ ਫੇਰ। ਇਸ ਵਾਰ ਸ਼ਾਇਦ ਉਹ ਬੁਰੀ ਤਰ੍ਹਾਂ ਡਰ ਗਈ ਸੀ। ਆਖਣ ਲੱਗੀ, ਸ਼ਹਿਰੋਂ ਭੱਜ ਕੇ ਗੱਡੀ ਚੜ੍ਹ ਇੱਥੇ ਆ ਉਤਰੀਆਂ। ਉਹ ਸਟੇਸ਼ਨ ਤੋਂ ਹੀ ਮੇਰੇ ਪਿੱਛੇ। ਨਾਲ ਹੀ ਉਹਨੇ ਕੰਧ ਨਾਲ ਲੱਗ ਖਲੋਤੇ 4 ਪਰਛਾਵਿਆਂ ਵੱਲ ਨੂੰ ਉਂਗਲ ਕਰ ਦਿੱਤੀ। ਉਹ ਚੀਕਿਆ, ਕੌਣ ਹੋ ਤੁਸੀਂ? ਦੌੜ ਜਾਓ, ਨਹੀਂ ਤੇ ਲੱਗੀ ਜੇ ਗੋਲੀ ਆਉਣ। ਆਹ ਦੇਖੋ ਮੇਰੇ ਡੱਬ 'ਚ ਦਿੱਤਾ ਹੋਇਆ ਪਿਸਤੌਲ। ਇੰਨਾ ਸੁਣ ਉਹ 4 ਪਰਛਾਵੇਂ ਹਨੇਰੇ 'ਚ ਕਿਧਰੇ ਲੋਪ ਹੋ ਗਏ। ਉਹਨੇ ਫੇਰ ਸਵਾਲ ਕੀਤਾ, ਕਿੱਥੇ ਜਾਵੇਂਗੀ ਹੁਣ? ਕੱਲੀ ਜਾਏਂਗੀ ਤਾਂ ਉਹ 4 ਭੇੜੀਏ ਮੁੜ ਆਉਣਗੇ ਤੇ ਨਹੀਂ ਛੱਡਣਗੇ, ਨੋਚ ਨੋਚ ਖਾ ਜਾਣਗੇ। ਇੰਨਾ ਸੁਣ ਉਹ ਰੋ ਪਈ ਤੇ ਹੱਥ ਜੋੜ ਆਖਣ ਲੱਗੀ, ਮੇਰਾ ਕੋਈ ਨਹੀਂ ਏ, ਕੱਲੀ ਆ। ਮਾਂ ਮਰ ਗਈ ਹੈ, ਪਿਓ ਨੇ ਮੈਨੂੰ ਉਹਨਾਂ ਹਵਾਲੇ ਕਰ ਦੂਜਾ ਵਿਆਹ ਕਰਵਾ ਲਿਆ ਤੇ ਸ਼ਹਿਰ ਆਸ਼ਰਮ ਵਾਲੇ ਗੰਦੇ ਲੋਕ। ਇੰਨਾ ਸੋਚ ਉਹਨੇ ਕੁਝ ਸੋਚਿਆ ਤੇ ਮੁੜ ਆਖਣ ਲੱਗਾ, ਚੱਲੇਂਗੀ ਮੇਰੇ ਨਾਲ? ਮੇਰੇ ਘਰ ਹਮੇਸ਼ਾ ਲਈ ਰੋਟੀ ਦੇਵਾਂਗਾ, ਬਿਸਤਰਾ ਦੇਵਾਂਗਾ ਤੇ ਹੋਰ ਵੀ ਬਹੁਤ ਕੁਝ।
ਹੋਰ ਵੀ ਬਹੁਤ ਕੁਝ ਸੁਣ। ਉਹ ਆਸ਼ਰਮ ਵਾਲੇ ਰਸੋਈਏ ਪਹਿਲਵਾਨ ਬਾਰੇ ਸੋਚਣ ਲੱਗੀ। ਉਹਨੇ ਵੀ ਤਾਂ ਸ਼ਾਇਦ ਇਹੀ ਕੁਝ ਹੀ ਆਖਿਆ ਸੀ ਪਹਿਲੀ ਵਾਰ। ਅਗਲੀ ਪਲ ਉਹਨੂੰ ਬਾਹੋਂ ਫੜ ਨਾਲ ਲਈ ਜਾ ਰਿਹਾ ਸੀ। ਕੁਝ ਵਾਟ ਤੇ ਦੂਰ ਬਾਹਰ ਖੇਤਾਂ 'ਚ ਬਣਿਆ ਇੱਕ ਸੁੰਨਸਾਨ ਜਿਹਾ ਘਰ। ਹਲਕਾ ਜਿਹਾ ਧੱਕਿਆ ਤਾਂ ਬੂਹਾ ਆਪੇ ਖੁੱਲ੍ਹ ਗਿਆ। ਸ਼ਾਇਦ ਪਹਿਲਾਂ ਤੋਂ ਹੀ ਖੁੱਲ੍ਹਾ ਸੀ। ਉਹਨੂੰ ਅੰਦਰ ਲੈ ਆਇਆ ਤੇ ਬੂਹੇ ਨੂੰ ਕੁੰਡੀ ਲਾ ਦਿੱਤੀ। ਮੀਂਹ ਝੱਖੜ ਕਾਰਨ ਹੁਣ ਬਿਜਲੀ ਵੀ ਜਾ ਚੁੱਕੀ ਸੀ। ਚਾਰੇ ਪਾਸੇ ਬਸ ਘੁੱਪ ਹਨੇਰਾ ਸੀ। ਉਹਨੂੰ ਇੱਕ ਹਨੇਰੇ ਜਿਹੇ ਕਮਰੇ ਵੱਲ ਨੂੰ ਲੈ ਤੁਰਿਆ ਤੇ ਨੁੱਕਰ ਵੱਲ ਖੜਾ ਕਰ ਬੋਝੇ ਵਿੱਚੋਂ ਤੀਲਾਂ ਵਾਲੀ ਡੱਬੀ ਕੱਢੀ। ਫਿਰ ਅੱਗ ਦੀ ਲੋ ਵਿੱਚ ਦੂਜੇ ਪਾਸੇ ਨੂੰ ਮੂੰਹ ਕਰ ਆਖਣ ਲੱਗਾ, ਪਿਆਰ ਕੁਰੇ, ਉਠਾ ਵੇਖ ਕੀ ਲਿਆਇਆ ਤੇਰੇ ਜੋਗਾ। ਧੀ ਲਿਆਇਆ, ਧੀ ਜਿਉਂਦੀ ਜਾਗਦੀ ਗੱਲਾਂ ਕਰਦੀ ਧੀ। ਤੇਰੇ ਤੇ ਆਪਣੇ ਦੋਹਾਂ ਲਈ। ਹੁਣ ਕੋਈ ਮਾਈ ਦਾ ਲਾਲ ਤੈਨੂੰ ਬਾਂਝ ਤੇ ਮੈਨੂੰ ਬੇਔਲਾਦਾ ਆਖ ਕੇ ਤਾਂ ਦਿਖਾਵੇ। ਕੁਝ ਪਲਾਂ ਮਗਰੋਂ ਬਿਜਲੀ ਆ ਗਈ। ਗੱਜਦੇ ਬੱਦਲ ਸ਼ਾਂਤ ਹੋ ਗਏ ਤੇ ਐਨ ਸਿਖਰ ਤੇ ਅੱਪੜ ਗਿਆ ਪੂਰਨਮਾਸ਼ੀ ਦਾ ਚੰਨ ਆਪਣੇ ਪੂਰੇ ਜਲੌ 'ਚ ਆਇਆ। ਪੂਰੀ ਕਾਇਨਾਤ ਨੂੰ ਦੁੱਧ ਧੋਤਾ ਚਾਨਣ ਵੰਡ ਰਿਹਾ ਸੀ। ਚਿਰਾਂ ਤੋਂ ਮੰਜੇ ਤੇ ਪਈ ਪਿਆਰ ਕੌਰ ਅੱਜ 9/9 ਲੱਗ ਰਹੀ ਸੀ। ਜਵੰਦਾ ਦੀ ਕਹਾਣੀ। ਮਾਂ ਠੰਡੇ ਸੁਭਾਅ ਦੀ ਸੀ, ਪਰ ਪੇਕਿਆਂ ਖਿਲਾਫ ਕੋਈ ਵੀ ਗੱਲ ਨਾ ਜਰ ਹੁੰਦੀ। ਅਸੀਂ ਕੁੜੀਆਂ ਸਾਰੀ ਦਿਹਾੜੀ ਕੰਧਾਂ ਕੋਠੇ ਟੱਪਦਿਆਂ ਹੀ ਲੰਘ ਜਾਇਆ ਕਰਦੇ। ਸੌਣ ਭਾਦੋਂ ਲੰਮੀਆਂ ਸਿਖਰ ਦੁਪਹਿਰਾਂ, ਕਦੇ ਲੁਕਣ ਮੀਟੀ ਤੇ ਕਦੀ ਗੁੱਡੀਆਂ ਪਟੋਲੇ, ਘਰੇ ਸਿਰਫ ਖਾਣ ਪੀਣ ਨੂੰ ਹੀ ਆਉਂਦੀਆਂ। ਮਾਂ ਨੇ ਚੋਪੜੇ ਹੋਏ ਫੁਲਕੇ ਪੌਣੇ 'ਚ ਲਪੇਟ ਕੇ ਰੱਖੇ ਹੁੰਦੇ। ਆਪ ਹਰ ਵੇਲੇ ਮਿੱਟੀ ਨਾਲ ਮਿੱਟੀ ਹੋਈ, ਕਦੇ ਵਿਹੜੇ 'ਚ ਗੋਹਾ, ਕਦੀ ਚੁੱਲ੍ਹਾ ਲਿਪ ਰਹੀ ਹੁੰਦੀ, ਕਦੇ ਪਾਥੀਆਂ ਪੱਥਣ ਬਾਹਰ ਗਈ ਹੁੰਦੀ। ਅਸੀਂ ਖਾਣੇ 'ਚ ਕਿੰਨੇ ਨੁਕਸ ਕੱਢ ਦਿੰਦੇ। ਲੂਣ ਮਿਰਚ ਜ਼ਿਆਦਾ, ਰੋਟੀ ਦੇ ਕੰਢੇ ਕੱਚੇ, ਖਾਣ ਨੂੰ ਮਿੱਠਾ ਹੈ ਨਹੀਂ। ਉਹ ਆਖਦੀ ਪਹਿਲਾਂ ਰੋਟੀ ਖਾਓ, ਖੀਰ ਫੇਰ ਮਿਲੂ। ਕਿਧਰੇ ਲੁਕਾ ਕੇ ਰੱਖੀ ਹੁੰਦੀ। 24 ਘੰਟੇ ਬਸ ਮਸ਼ੀਨ ਬਣ ਤੁਰਿਆ ਫਿਰਦਾ ਇੱਕ ਵਜੂਦ। ਸੌਂਦੀ ਕਦੋਂ ਪਤਾ ਹੀ ਨਹੀਂ ਸੀ। ਹਮੇਸ਼ਾ ਸਾਡੇ ਮਗਰੋਂ ਲੰਮੀ ਪੈਂਦੀ ਤੇ ਸਾਥੋਂ ਪਹਿਲਾਂ ਹੀ ਉੱਠ ਜਾਇਆ ਕਰਦੀ। ਉਹਨੂੰ ਖਰਚੇ ਚਲਾਉਣ ਲਈ ਬੱਝੇ ਰੁਪਈਏ ਹੀ ਮਿਲਿਆ ਕਰਦੇ, ਵਿੱਚੋਂ ਕੁਝ ਬਚਾ ਲਿਆ ਕਰਦੀ। ਕਦੀ ਮੇਰੇ ਸੂਟ ਤੇ ਕਦੀ ਵੀਰ ਦੀ ਕਮੀਜ਼ ਲਿਆ ਦਿੰਦੀ। ਆਪ ਵਿਆਹਾਂ ਸ਼ਾਦੀਆਂ ਵੇਲੇ ਬਸ ਕਦੀ ਕਦੀ ਨਵਾਂ ਸੂਟ ਸਵਾਇਆ ਕਰਦੀ। ਕਈ ਵਾਰ ਮਾਂ ਬਾਪੂ ਆਪੋ 'ਚ ਲੜ ਪਿਆ ਕਰਦੇ। ਅਸੀਂ ਵਿੱਚ ਨਾ ਪਿਆ ਕਰਦੇ। ਸਾਨੂੰ ਤਾਂ ਸਿਰਫ ਖਾਣ ਪੀਣ, ਖਰਚਣ ਪਾਉਣ ਤੇ ਲੀੜੇ ਕੱਪੜੇ ਨਾਲ ਮਤਲਬ ਸੀ। ਦਿਨ ਢਲੇ ਜਦੋਂ ਪਰਤਦੇ ਤਾਂ ਨੁੱਕਰੇ ਬੈਠੀ ਵਰਕੇ ਤੇ ਕੁਝ ਲਿਖ ਰਹੀ ਹੁੰਦੀ। ਸਾਨੂੰ ਵੇਖ ਲੁਕਾ ਲਿਆ ਕਰਦੀ, ਪਰ ਸਾਨੂੰ ਪਤਾ ਲੱਗ ਜਾਂਦਾ ਕਿ ਉਹ ਕੀ ਤੇ ਕਿਹਨੂੰ ਲਿਖ ਰਹੀ ਏ। ਵੱਡੇ ਮਾਮੇ ਨੂੰ ਤੇ ਜਾਂ ਫਿਰ ਨਾਨੇ ਨੂੰ ਉਲਾਮੇ ਵਾਲਾ ਖੱਤ। ਅਗਲੀ ਸਵੇਰ ਗੁੱਸਾ ਠੰਡਾ ਹੁੰਦਾ ਤਾਂ ਰਾਤੀ ਲਿਖਿਆ ਰੁੱਕਾ ਪਾੜ ਦਿਆ ਕਰਦੀ। ਨਾਨੀ ਨਿੱਕੇ ਹੁੰਦਿਆਂ ਦੀ ਪੂਰੀ ਹੋ ਗਈ ਸੀ ਤੇ ਨਾਨਾ ਜੀ ਪਹਿਲੋਂ ਪੱਕਾ ਅਕਾਲੀ, ਮਗਰੋਂ ਮੰਜੀ ਸਾਹਿਬ ਸੰਤਾਂ ਦੇ ਭਾਸ਼ਣ ਸੁਣਨ ਜਾਇਆ ਕਰਦਾ ਪੱਕਾ ਸੇਵਕ ਬਣ ਗਿਆ। ਅੰਮ੍ਰਿਤਸਰੋਂ ਮੁੜਿਆ ਜਦੋਂ ਵੀ ਸਾਡੇ ਪਿੰਡ ਦੀ ਜੂਹ 'ਚ ਦਾਖਲ ਹੁੰਦਾ ਤਾਂ ਹਲਚਲ ਮਚ ਜਾਂਦੀ। ਅਸੀਂ ਸਾਰੀਆਂ ਜਿੱਥੇ ਵੀ ਖੇਡ ਰਹੀਆਂ ਹੁੰਦੀਆਂ ਨਾਨੇ ਵੱਲ ਨੂੰ ਨੱਸ ਤੁਰਦੀਆਂ। ਉਹਦੇ ਸਾਈਕਲ ਦੇ ਹੈਂਡਲ ਨਾਲ ਹਮੇਸ਼ਾ ਹੀ ਕੁਝ ਨਾ ਕੁਝ ਟੰਗਿਆ ਹੁੰਦਾ। ਕਦੀ ਗੁੜ, ਕਦੀ ਤਿਲਾਂ ਵਾਲੇ ਲੱਡੂ, ਕਦੀ ਵੇਸਣ, ਕਦੀ ਟਿੱਕੀ ਵਾਲਾ ਗੁੜ ਤੇ ਕਦੀ ਅਲਸੀ ਦੀਆਂ ਢੇਰ ਸਾਰੀਆਂ ਪਿੰਨੀਆਂ। ਉਹ ਸਾਈਕਲ ਤੋਂ ਇੱਕ ਪੈਰ ਥੱਲੇ ਲਾ ਕੇ ਸੰਤਾਂ ਦੀਆਂ ਆਖੀਆਂ ਦੱਸ ਰਿਹਾ ਹੁੰਦਾ ਤਾਂ ਅਸੀਂ ਹੌਲੀ ਜਿਹੀ ਅੱਗੇ ਟੰਗੇ ਝੋਲੇ ਵਿੱਚੋਂ ਕਿੰਨਾ ਕੁਝ ਕੱਢ ਦੂਰ ਦੌੜ ਜਾਂਦੀਆਂ। ਉਹ ਕੁਝ ਨਾ ਆਖਦਾ। ਫਿਰ ਇੱਕ ਦਿਨ ਨਾਨਾ ਜੀ ਮੁੱਕ ਗਿਆ ਤੇ ਨਾਲ ਹੀ ਮੁੱਕ ਗਈ ਮਾਂ ਦੇ ਚਿਹਰੇ ਦੀ ਰਹਿੰਦੀ ਖੂੰਦੀ ਰੌਣਕ ਵੀ। ਹੁਣ ਉਹ ਅਕਸਰ ਹੀ ਚੁੱਪ ਰਿਹਾ ਕਰਦੀ। ਕਦੇ ਕਦਾਈ ਸਪੀਕਰ ਤੇ ਬਿੰਦ ਰੱਖੀਏ ਦਾ ਇਹ ਗੀਤ, ਮਾਂ ਨੀ ਮੈਂ ਹੁਣ ਪੇਕੇ ਆਉਣਾ, ਪੇਕੇ ਹੁੰਦੇ ਮਾਵਾਂ ਨਾਲ, ਸੁਣਦੀ ਤਾਂ ਅੱਖਾਂ ਪੂੰਝਦੀ ਅੰਦਰ ਵੜ ਜਾਇਆ ਕਰਦੀ। ਫਿਰ ਇੱਕ ਦਿਨ ਝੋਨਾ ਝੰਬਦੇ ਡੈਡੀ ਨੂੰ ਪੁਲਿਸ ਚੁੱਕ ਕੇ ਲੈ ਗਈ। ਅਖੇ ਵੀਰ ਤੋਂ ਹੱਥੋਂ ਰੋਟੀ ਖਾ ਕੇ ਜਾਂਦੇ ਨੇ। ਅਸੀਂ ਦੋਵਾਂ ਮਾਵਾਂ ਧੀਆਂ ਨੇ ਚੱਪਾ ਚੱਪਾ ਛਾਣ ਮਾਰਿਆ, ਪਰ ਉਹ ਨਾ ਲੱਭਿਆ। ਉਹਦੀ ਯਾਦ ਅਜੇ ਵੀ ਸੂਲ ਬਣ ਚੁੱਭਦੀ ਰਹਿੰਦੀ ਏ। ਅੱਜ ਵਿਆਹ ਤੋਂ ਕਿੰਨੇ ਵਰ੍ਹੇ ਬਾਅਦ ਜਦੋਂ ਤੁਰ ਗਈ ਆਪਣੀ ਮਾਂ ਨੂੰ ਯਾਦ ਕਰਦੀਆਂ ਤਾਂ ਇੰਝ ਆਖਦੀ ਮਹਿਸੂਸ ਹੁੰਦੀ ਏ ਕਿ ਧੀਏ, ਆਪੋ 'ਚ ਕੋਈ ਗੱਲ ਹੋ ਜਾਏ ਤਾਂ ਰੁੱਕੇ ਤੇ ਲਿਖ ਲਿਆ ਕਰ।
ਤਦੇ ਹੀ ਸ਼ਾਇਦ 7 ਸਮੁੰਦਰ ਪਾਰ ਬੈਠੀ ਨੂੰ ਅੱਜ ਵੀ ਜਦੋਂ ਕੋਈ ਮਾੜਾ ਮੋਟਾ ਸੇਕ ਜਿਹਾ ਲੱਗਦਾ ਹੈ ਤਾਂ ਸੈੱਲ ਫੋਨ ਤੇ ਵੀਰ ਦਾ ਨੰਬਰ ਦੱਬ ਕਿੰਨਾ ਚਿਰ ਹਰੇ ਬਟਨ ਵੱਲ ਤੱਕਦੀ ਰਹਿੰਦੀ ਹਾਂ। ਸੋਚਦੀ ਹਾਂ ਜੇ ਮਾਂ ਵਾਂਗ ਕੋਈ ਰੁੱਕਾ ਲਿਖ ਕੇ ਰੱਖਿਆ ਹੁੰਦਾ ਤਾਂ ਅਗਲੇ ਦਿਨ ਪਾੜ ਵੀ ਦਿਆ ਕਰਦੀ। ਪਰ ਇਸ ਚੰਦਰੇ ਨੇ ਤਾਂ ਅਗਲੇ ਤੇ ਸਿੱਧੀ ਜਾਂ ਤਾਰ ਹੀ ਖੜਕਾ ਦੇਣੀ ਹੈ। ਉਹਦੀ ਵੀ ਤਾਂ ਹੁਣ ਆਪਣੀ ਜ਼ਿੰਦਗੀ ਤੇ ਆਪਣੇ ਮਸਲੇ ਨੇ। ਅੱਜ ਵੀ ਜਦੋਂ ਕਦੇ ਬਿੰਦ ਰਖੀਏ ਦਾ ਪੇਕੇ ਹੁੰਦੇ ਮਾਵਾਂ ਨਾਲ ਵਾਲਾ ਉਹੀ ਗੀਤ ਕੰਨੀ ਪੈ ਜਾਏ ਤਾਂ ਪਿੰਡ ਸੁੰਨੇ ਹੋ ਗਏ ਵਿਹੜੇ ਨੂੰ ਚੇਤੇ ਕਰ ਕਾਲਜੇ ਦਾ ਰੁੱਗ ਜਿਹਾ ਭਰਿਆ ਜਾਂਦਾ ਹੈ। ਫਿਰ ਪਿੰਡ ਵਸਦਾ ਸਾਡਾ ਗੁਆਂਢ ਦੱਸਦਾ ਹੈ ਕਿ ਸਾਡੇ ਉਸ ਸੁੰਨੇ ਹੋ ਗਏ ਵਿਹੜੇ ਵਿੱਚ ਉੱਚੇ ਉੱਗੇ ਲੱਖ ਉੱਚੇ ਸਰਕੰਡੇ ਵਿੱਚੋਂ ਅੱਜ ਕੱਲ੍ਹ ਸੱਪ ਬਹੁਤ ਨਿਕਲਦੇ ਨੇ। ਨਾਲ ਹੀ ਇਹ ਵੀ ਪਤਾ ਲੱਗਦਾ ਹੈ ਕਿ ਮੰਜੀ ਸਾਹਿਬ ਸਟੇਜ ਤੋਂ ਵੀ ਅੱਜ ਕੱਲ੍ਹ ਜ਼ਿਆਦਾਤਰ ਸੱਪ ਹੀ ਭਾਸ਼ਣ ਦਿਆ ਕਰਦੇ। 3 ਦਹਾਕਿਆਂ ਤੋਂ ਕੌਮ ਨੂੰ ਲਗਾਤਾਰ ਡੰਗਦੇ ਆ ਰਹੇ ਨੀਲੇ ਖੱਟੇ ਸੱਪ। ਕਹਾਣੀ ਹੈ ਕਮਲਜੀਤ ਸਿੰਘ ਨਾਮ ਦੇ ਇੱਕ ਵੀਰ ਵੱਲੋਂ ਆਪਣੀ ਪਾਕਿਸਤਾਨ ਯਾਤਰਾ ਸੰਬੰਧੀ ਪੁੱਛੇ ਸਵਾਲ ਦੇ ਜਵਾਬ 'ਚ ਲਾਹੌਰ ਵਾਸੀ ਹੁਸੈਨ ਮੁਹੰਮਦ ਆਖਦਾ ਹੈ ਕਿ ਜਿੰਨਾ ਪਿਆਰ ਤੈਨੂੰ ਲਾਹੌਰ ਵਿੱਚੋਂ ਮਿਲੇਗਾ ਸ਼ਾਇਦ ਹੀ ਕਿਧਰੇ ਹੋਰ ਮਿਲੇ, ਬਸ਼ਰਤੇ ਕਿ ਤੂੰ ਸਿਰ ਤੇ ਦਸਤਾਰ ਸਜਾਈ ਹੋਵੇ। ਹੁਸੈਨ ਮੁਹੰਮਦ ਦੇ ਜਵਾਬ ਤੋਂ ਇੱਕ ਆਪਣੀ ਹੱਡਬੀਤੀ ਯਾਦ ਆ ਗਈ। ਕੈਨੇਡਾ ਨਵੇਂ ਆਏ ਨੂੰ ਦਸਤਾਰ ਦੀ ਥਾਂ ਟੋਪੀ ਪਾ ਕੇ ਵਿਚਰਨ ਦੀ ਆਦਤ ਪੈ ਗਈ। ਕੋਈ ਪੁੱਛ ਲੈਂਦਾ ਤਾਂ ਆਖਦਾ ਕਿ ਦਸਤਾਰ ਕਰਕੇ ਸਿਰ ਤੇ ਬੋਝ ਜਿਹਾ ਰਹਿੰਦਾ ਸੀ ਤੇ ਫਿਰ ਪਹਿਲੀ ਵਾਰ ਪੰਜਾਬ ਵਾਪਸ ਗਿਆ ਤਾਂ ਸਵਿਟਜ਼ਰਲੈਂਡ 'ਚ ਜਹਾਜ਼ ਬਦਲਣਾ ਪੈਣਾ ਸੀ। ਉੱਥੇ ਦੁਬਾਰਾ ਚੈਕਿੰਗ ਵੀ ਹੋਈ। ਦਸਤਾਰਾਂ ਵਾਲੇ ਤਾਂ ਲੰਘ ਗਏ ਪਰ ਮੈਨੂੰ ਵੱਖਰਿਆਂ ਕਰ ਲਿਆ ਗਿਆ। ਪਹਿਲਾਂ ਮੇਰੀ ਟੋਪੀ ਲੁਹਾਈ, ਮਗਰੋਂ ਆਖਣ ਲੱਗੇ ਥੱਲੇ ਬੰਨਿਆ ਪਟਕਾ ਵੀ ਲਾ ਦੇ। ਮੈਨੂੰ ਪਤਾ ਸੀ ਕਿ ਵਾਲ ਭਾਰੇ ਹੋਣ ਕਰਕੇ ਜੇ ਪਟਕਾ ਲਾ ਦਿੱਤਾ ਤਾਂ ਖਲਾਰਾ ਪੈ ਜਾਣਾ। ਮੈਂ ਨਾ ਕਰ ਦਿੱਤੀ ਤੇ ਆਖਿਆ ਕਿ ਮੇਰੀ ਇਹੋ ਹੀ ਦਸਤਾਰ ਹੈ, ਮੈਂ ਇਹਨੂੰ ਨਹੀਂ ਲਾ ਸਕਦਾ। ਸੁਪਰਵਾਈਜ਼ਰ ਗੋਰਾ ਇੰਨੀ ਗੱਲ ਆਖਦਾ ਹੋਇਆ ਮੈਨੂੰ ਅੰਦਰ ਲੈ ਗਿਆ ਕਿ ਸਾਨੂੰ ਪਤਾ ਹੈ ਕਿ ਅਸਲੀ ਦਸਤਾਰ ਕੀ ਹੁੰਦੀ ਹੈ। ਸਿਰ ਤੇ ਆ ਫੁੱਟ ਬਾਏ ਫੁੱਟ ਦਾ ਕੱਪੜਾ ਬੰਨ, ਤੁਸੀਂ ਆਪਣੇ ਆਪ ਨੂੰ ਤਾਂ ਧੋਖਾ ਦੇ ਸਕਦੇ ਹੋ ਪਰ ਮੈਨੂੰ ਨਹੀਂ। ਮੇਰਾ ਦਾਦਾ ਦੂਜੀ ਸੰਸਾਰ ਜੰਗ ਵੇਲੇ ਇਹਨਾਂ ਦਸਤਾਰ ਵਾਲਿਆਂ ਨਾਲ ਹੀ ਰਿਹਾ ਸੀ। ਹੁਣ ਇੱਥੇ ਕਮਰੇ ਵਿੱਚ ਤੇਰਾ ਸਾਰਾ ਕੁਝ ਲੁਹਾ ਕੇ ਤਲਾਸ਼ੀ ਲਵਾਂਗੇ, 2 ਘੰਟੇ ਵੀ ਲੱਗ ਸਕਦੇ। ਇੰਨੀ ਗੱਲ ਸੁਣ ਮੇਰੇ ਸਿਰ ਤੇ 100 ਘੜੇ ਪਾਣੀ ਪੈ ਗਿਆ। ਲੱਗਾ ਮੈਂ ਛੇਤੀ ਤਰਲਿਆਂ ਤੇ ਆ ਗਿਆ। ਆਖਿਆ 45 ਮਿੰਟ ਵਿੱਚ ਤੇ ਮੇਰੀ ਅਗਲੀ ਫਲਾਈਟ ਏ। ਉਹ ਕੁਝ ਸੋਚ ਆਖਣ ਲੱਗਾ, ਇੱਕ ਹੱਲ ਹੈ, ਉਹ ਸਾਹਮਣੇ ਗੁਸਲਖਾਨਾ ਹੈ। ਜੇ ਤੇਰੇ ਕੋਲ ਅਸਲੀ ਦਸਤਾਰ ਹੈ ਤਾਂ ਹੁਣੇ ਸਿਰ ਤੇ ਸਜਾ ਕੇ ਇੱਥੇ ਆ ਜਾ। ਬਾਕੀਆਂ ਵਾਂਗ ਸਕੈਨਿੰਗ ਕਰ, ਤੈਨੂੰ 10 ਮਿੰਟਾਂ 'ਚ ਫਾਰਗ ਕਰ ਸਕਦਾ। ਹੁਣੇ ਤੇਰੇ ਤੇ ਹੈ ਕਿ ਕਿੰਨੀ ਛੇਤੀ ਬਣਦਾ ਹੈ। ਅੰਦਰ ਸ਼ੀਸ਼ੇ ਅੱਗੇ ਖਲੋ ਲੜ ਠੀਕ ਕਰਦੇ ਹੋਏ ਨੂੰ ਇੰਜ ਲੱਗਿਆ ਮਗਰ ਖਲੋਤਾ ਕੋਈ ਆਖ ਰਿਹਾ ਹੋਵੇ ਕਿ ਗੁਰਮੁਖਾ, ਜਿਸ ਭਾਰ ਦਾ ਬਹਾਨਾ ਬਣਾ ਕੇ ਦਸਮ ਪਿਤਾ ਵੱਲੋਂ ਨਿਵਾਜੀ ਇਸ ਦਸਤਾਰ ਨੂੰ ਤੂੰ ਸਿਰੋਂ ਲਾ ਦਿੱਤਾ ਸੀ, ਉਹ ਭਾਰ ਤੇ ਇਹਦਾ ਹੈ ਹੀ ਨਹੀਂ। ਉਹ ਭਾਰ ਤੇ ਪਦਾਰਥਵਾਦ ਦੀਆਂ ਲਾਲਸਾਵਾਂ ਦਾ ਹੈ, ਉਹੀ ਲਾਲਸਾਵਾਂ ਜਿਨ੍ਹਾਂ 'ਚ ਅੱਜ ਕੌਮ ਬੁਰੀ ਤਰ੍ਹਾਂ ਨਾਲ ਗ੍ਰਸੀ ਹੋਈ ਹੈ। ਫਿਰ ਦੂਜੇ ਦਿਨ ਪਿੰਡ ਅੱਪੜਦਿਆਂ ਤੱਕ ਵੀ ਸਿਰ ਤੇ ਸਜਾਈ ਹੋਈ ਨੂੰ ਲਾਉਣ ਦਾ ਹਿਆ ਨਾ ਪਿਆ। ਉੱਤੋਂ ਗੋਰੇ ਦੇ ਆਖੇ ਬੋਲ ਵੀ ਸਾਰੀ ਵਾਟ ਕੰਨਾਂ 'ਚ ਗੂੰਜਦੇ ਰਹੇ। ਇੰਜ ਵੀ ਲੱਗਿਆ ਕਰੇ ਜਿੱਦਾਂ ਮਗਰ ਤੁਰਿਆ ਆ ਰਿਹਾ ਕੋਈ ਮੇਰੇ ਤੇ ਤਿੱਖੀ ਨਜ਼ਰ ਰੱਖ ਰਿਹਾ ਸੀ, ਡਰਾਉਣ ਲਈ ਨਹੀਂ ਸਗੋਂ ਵਜੂਦ ਤੇ ਪਏ ਹੋਰ ਕਿੰਨੇ ਸਾਰੇ ਵਾਧੂ ਦੇ ਭਾਰ ਵੰਡਾਉਣ ਲਈ। ਦੀ ਕਹਾਣੀ। ਨਵੇਂ ਸ਼ਹਿਰ ਸ਼ਿਫਟ ਹੋਣ ਮਗਰੋਂ ਸਭ ਤੋਂ ਵੱਧ ਫਿਕਰ ਨਿੱਕੀ ਧੀ ਦਾ ਹੀ ਸੀ। ਬੜੀ ਅਜੀਬ ਆਦਤ ਹੋਇਆ ਕਰਦੀ ਸੀ ਉਹਦੀ। ਕਿਸੇ ਉਪਰੇ ਨੂੰ ਵੇਖਦਿਆਂ ਸਾਰੀ ਉੱਚੀ ਰੋਣ ਲੱਗ ਪੈਂਦੀ। ਹਰ ਵੇਲੇ ਇਹੋ ਚਿੰਤਾ, ਜਦੋਂ ਦੋਵੇਂ ਚਲੇ ਜਾਇਆ ਕਰਾਂਗੇ ਤਾਂ ਇਹਨੂੰ ਕਿਸ ਕੋਲ ਛੱਡਾਂਗੇ। ਅਖੀਰ ਨੈਣੀ ਵਾਸਤੇ ਇਸ਼ਤਿਹਾਰ ਦੇ ਦਿੱਤਾ। ਕਿੰਨੀਆਂ ਦੱਸਾਂ ਪਈਆਂ, ਬੜੇ ਥਾਵਾਂ ਤੋਂ ਕਾਲਾਂ ਵੀ ਆਈਆਂ ਪਰ ਤਸੱਲੀ ਕਿਧਰੇ ਵੀ ਨਾ ਹੋਈ। ਹਰੇਕ ਥਾਂ ਕੋਈ ਨਾ ਕੋਈ ਅਜੀਬ ਜਿਹੀ ਸ਼ਰਤ ਹੁੰਦੀ, ਇੰਨੇ ਵਜੇ ਛੱਡਣਾ ਪੈਣਾ, ਇੰਨੇ ਵਜੇ ਲੈਣ ਆਉਣਾ। ਕਿਸੇ ਦੇ ਘਰ ਦਾ ਮਾਹੌਲ ਬੜਾ ਅਜੀਬ ਜਿਹਾ, ਕਿਧਰੇ ਕੁਝ ਸ਼ਰਾਰਤੀ ਬੱਚੇ ਤੇ ਕਿਧਰੇ ਗੰਦੇ ਜਿਹੇ ਪਾਲਤੂ ਜਾਨਵਰ। ਅਖੀਰ ਇੱਕ ਬਜ਼ੁਰਗ ਜੋੜੇ ਦੀ ਦੱਸ ਪਈ। ਨੇੜੇ ਹੀ ਰਹਿੰਦੇ ਸਨ, ਸਾਡੇ ਵਾਂਗ ਇੱਥੇ ਆਏ ਵੀ ਨਵੇਂ ਹੀ ਸਨ। ਅੰਕਲ ਹੁਣੇ ਹੀ ਕਿਸੇ ਵੱਡੀ ਪੋਸਟ ਤੋਂ ਰਿਟਾਇਰ ਹੋਏ ਸਨ। ਉੱਥੇ ਆਪਣੇ ਤਾਂ ਆਪਣੀ ਕਹਾਣੀ ਛੇੜ ਲਈ।
3 ਪੁੱਤਰ ਸਨ, 2 ਪਰਿਵਾਰਾਂ ਸਣੇ ਬਾਹਰ ਚਲੇ ਗਏ ਤੇ ਨਿੱਕਾ ਐਕਸੀਡੈਂਟ 'ਚ ਪੂਰਾ ਹੋ ਗਿਆ ਸੀ। ਸਾਰੀ ਉਮਰ ਧੀ ਦੀ ਬਸ ਖੁਆਇਸ਼ ਹੀ ਰਹੀ। ਹੈਰਾਨਗੀ ਇਸ ਗੱਲ ਦੀ ਸੀ ਕਿ ਇਸ ਵੇਰ ਨਿੱਕੀ ਦੋਹਾਂ ਕੋਲ ਬੜੇ ਆਰਾਮ ਨਾਲ ਚਲੀ ਗਈ, ਨਾ ਰੋਈ ਤੇ ਨਾ ਹੀ ਕੋਈ ਜ਼ਿੱਦ ਹੀ ਕੀਤੀ। ਮੈਨੂੰ ਇੰਜ ਲੱਗਿਆ ਕੋਈ ਮੂੰਹ ਮੰਗੀ ਮੁਰਾਦ ਪੂਰੀ ਹੋ ਗਈ ਹੋਵੇ। ਬਸ ਇੱਕੋ ਗੱਲ ਦਾ ਹੀ ਧੁੜਕੂ ਸੀ, ਹੁਣ ਪੈਸੇ ਪਤਾ ਨਹੀਂ ਕਿੰਨੇ ਮੰਗ ਲੈਣਗੇ। ਅਖੀਰ ਪੁੱਛ ਹੀ ਲਿਆ, ਅੰਕਲ ਮਹੀਨੇ ਦੇ ਕਿੰਨੇ ਪੈਸੇ ਹੋਣਗੇ? ਇਸ ਵੇਰ ਅੰਕਲ ਤਾਂ ਚੁੱਪ ਰਹੇ, ਪਰ ਆਂਟੀ ਬੋਲ ਪਈ, ਧੀਏ ਪੈਸਾ ਤੇ ਅਸੀਂ ਕੋਈ ਨਹੀਂ ਲਿਆ ਕਰਨਾ, ਬਸ ਸਾਡੀ ਇੱਕੋ ਸ਼ਰਤ ਏ। ਡਰਦੀ ਨੇ ਛੇਤੀ ਨਾਲ ਫੇਰ ਪੁੱਛ ਲਿਆ, ਕਿਹੜੀ ਸ਼ਰਤ ਜੀ? ਆਖਣ ਲੱਗੇ, ਇਸ ਕਲੋਨੀ ਵਿੱਚ ਜੇ ਕੋਈ ਪੁੱਛੇ ਕਿ ਇਹਨੂੰ ਕਿੱਥੇ ਛੱਡਦੇ ਹੋ ਤਾਂ ਇਹ ਬਿਲਕੁਲ ਵੀ ਨਹੀਂ ਆਖਣਾ ਕਿ ਨੈਣੀ ਕੋਲ ਛੱਡਦੇ ਆ, ਬਸ ਇਹੀ ਆਖਣਾ ਕਿ ਆਪਣੇ ਨਾਨੀ ਨਾਨੇ ਕੋਲ ਰਹਿੰਦੀ ਏ। ਗਿੱਲੀਆਂ ਅੱਖਾਂ ਨਾਲ ਘਰੇ ਤੁਰੀ ਆਉਂਦੀ ਨੂੰ ਪਿੱਛੇ ਜੇ ਮੁੱਕ ਗਈ ਮਾਂ ਚੇਤੇ ਆ ਗਈ। ਜਦੋਂ ਵੀ ਕਿਸੇ ਦੁਖਿਆਰੇ ਨੂੰ ਵੇਖਦੀ ਤਾਂ ਬੋਲਣ ਲੱਗ ਜਾਂਦੀ, ਅਖੇ ਧੀਏ ਦੁਨਿਆਵੀ ਟੋਏ ਟਿੱਬੇ ਤੇ ਮਨੁੱਖ ਸਦੀਆਂ ਤੋਂ ਪੂਰਦਾ ਹੀ ਆਇਆ ਹੈ, ਪਰ ਮਾਤੜਾਂ ਦੇ ਮਨਾਂ ਅੰਦਰ ਪੈਦਾ ਹੋ ਗਏ ਬਿਨਾਂ ਥੱਲੇ ਦੇ ਕੁਝ ਖੂਹ ਐਸੇ ਵੀ ਹੁੰਦੇ ਨੇ ਕਿ ਭਾਵੇਂ ਜਿੰਨੇ ਮਰਜ਼ੀ ਭਰੀ ਜਾਓ ਕਦੇ ਨਹੀਂ ਭਰਦੇ। ਹਰਪ੍ਰੀਤ ਸਿੰਘ ਜਵੰਦਾ ਦੀ ਕਹਾਣੀ। ਤੀਜੀ ਚੌਥੀ ਜਮਾਤ 'ਚ ਹੋਵਾਂਗਾ। ਰੇਲਵੇ ਕੁਆਟਰ ਦਾ ਅੱਧੀ ਰਾਤ ਬੂਹਾ ਖੜਕਿਆ। ਪਿਤਾ ਜੀ ਸਨ। ਨੱਕ ਵਿੱਚੋਂ ਖੂਨ ਤੇ ਟੱਠੀ ਹੋਈ ਪੱਗ ਕਿੰਨਾ ਕੁਝ ਅਣਹੋਣਾ ਬਿਆਨ ਕਰ ਰਹੇ ਸਨ। ਕੋਲ ਹੀ ਇੱਕ ਕੁੜੀ ਖਲੋਤੀ ਸੀ। ਪਿਤਾ ਜੀ ਨੇ ਇਸ਼ਾਰਾ ਕੀਤਾ, ਉਹ ਅੰਦਰ ਲੰਘ ਆਈ। ਮਾਂ ਦੇ ਚਿਹਰੇ ਤੇ ਉੱਭਰ ਆਏ ਕਿੰਨੇ ਸਾਰੇ ਸਵਾਲਾਂ ਦੇ ਜਵਾਬ 'ਚ ਉਹਨਾਂ ਸਿਰਫ ਇੰਨਾ ਹੀ ਆਖਿਆ ਕਿ ਰਾਤ ਇੱਥੇ ਰਹੂ ਤੇ ਜੇ ਕੋਈ ਕੁੰਡਾ ਖੜਕਾਵੇ ਤਾਂ ਨਹੀਂ ਖੋਲਣਾ, ਨਾ ਹੀ ਕੁੜੀ ਨੂੰ ਕੋਈ ਗੱਲ ਪੁੱਛਣੀ। ਸਵੇਰੇ ਮੂੰਹ ਨੇਰੇ ਪਿਤਾ ਜੀ ਨੇ ਫੇਰ ਆਵਾਜ਼ ਮਾਰੀ। ਇਸ ਵਾਰ ਨਾਲ ਵਡੇਰੀ ਉਮਰ ਦੀ ਇੱਕ ਔਰਤ ਤੇ ਨੌਜਵਾਨ ਮੁੰਡਾ ਖਲੋਤੇ ਸਨ। ਔਰਤ ਨੂੰ ਵੇਖ ਕੋਲ ਲੰਮੀ ਪਈ ਕੁੜੀ ਦਾ ਰੋਣ ਨਿਕਲ ਗਿਆ ਤੇ ਉਹਨੇ ਭੱਜ ਕੇ ਜਾ ਉਹਨੂੰ ਜੱਫੀ ਪਾਈ। ਦੋਵੇਂ ਮਾਵਾਂ ਧੀਆਂ ਕਿੰਨੀ ਦੇਰ ਗਲ ਲੱਗ ਰੋਂਦੀਆਂ ਰਹੀਆਂ ਤੇ ਅਖੀਰ ਕੋਲ ਖਲੋਤੇ ਮੁੰਡੇ ਦੇ ਜ਼ੋਰ ਪਾਉਣ ਤੇ ਕੁੜੀ ਉਹਦੇ ਸਾਈਕਲ ਮਗਰ ਬੈਠ ਹਨੇਰੇ 'ਚ ਕਿਧਰੇ ਗੁਆਚ ਗਈ। ਮਗਰ ਰਹਿ ਗਈ ਵਡੇਰੀ ਉਮਰ ਦੀ ਮਾਤਾ ਜੀ ਤੇ ਸਾਡੇ ਦੋਨਾਂ ਭੈਣ ਭਰਾਵਾਂ ਦਾ ਪਤਾ ਨਹੀਂ ਕਿੰਨੀ ਵਾਰ ਉਸ ਮੱਥਾ ਚੁੰਮਿਆ ਤੇ ਫਿਰ ਮਾਂ ਨੂੰ ਆਖਣ ਲੱਗੀ, ਤੇਰੇ ਸਿਰ ਦੇ ਸਾਈਂ ਨੇ ਜੋ ਅੱਜ ਸਾਡੇ ਲਈ ਕੀਤਾ ਉਹਦਾ ਫਲ ਤੁਹਾਨੂੰ ਇੱਥੇ ਵੀ ਮਿਲੂ ਤੇ ਅਗਲੇ ਜਹਾਨ ਵਿੱਚ ਵੀ। ਅਗਲੇ ਦਿਨ ਸਾਰੀ ਕਹਾਣੀ ਪਤਾ ਲੱਗ ਗਈ। ਤੈਅ ਹੋਏ ਰਿਸ਼ਤੇ ਤੋਂ ਨਾ ਖੁਸ਼ ਹੋ ਕੁੜੀ ਅੱਧੀ ਰਾਤ ਘਰੋਂ ਭੱਜ ਰੇਲਵੇ ਸਟੇਸ਼ਨ ਤੇ ਆ ਬੈਠੀ, ਪਰ ਉਹਦਾ ਨਾਲ ਦਾ ਇਕਰਾਰ ਕਰਕੇ ਨਾ ਬੋੜਿਆ। ਮੁੜ ਸ਼ਰਮ ਤੇ ਪਛਤਾਵੇ ਦੀ ਮਾਰੀ ਗੱਡੀ ਹੇਠ ਸਿਰ ਦੇਣ ਲਾਈਨ ਤੇ ਖਲੋਤੀ। ਉਹ ਕਿਸੇ ਤਰ੍ਹਾਂ ਕਰਤਾਰ ਸਿੰਘ ਨਾਮ ਦੇ ਇੱਕ ਕਾਂਟੇ ਵਾਲੇ ਦੀ ਨਜ਼ਰੀ ਚੜ ਗਈ। ਉਹਨੂੰ ਚੁੱਪ ਚੁਪੀਤੇ ਲਾਗੇ ਆਪਣੇ ਕੁਆਟਰ 'ਚ ਲੈ ਆਇਆ। ਇਸ ਗੱਲ ਦੀ ਭਿਣਕ ਜਦੋਂ ਸਟੇਸ਼ਨ ਤੇ ਡਿਊਟੀ ਕਰ ਰਹੇ ਪਿਤਾ ਜੀ ਨੂੰ ਪਈ ਤਾਂ ਉਹਨਾਂ ਛੇਤੀ ਨਾਲ ਜਾ ਕਰਤਾਰ ਸਿੰਘ ਦਾ ਕੁੰਡਾ ਖੜਕਾਇਆ। ਅੱਗੋਂ ਆਖਣ ਲੱਗਾ, ਸਰਦਾਰ ਜੀ ਮੌਕਾ ਚੰਗਾ ਹੈ, ਜੇ ਕੁਝ ਕਰਨਾ ਤਾਂ ਕਰ ਲਓ, ਪਰ ਬਣੀ ਬਣਾਈ ਖੇਡ ਨਾ ਵਿਗਾੜੋ। ਉਹਨਾਂ ਵੇਲਿਆਂ ਵੇਲੇ ਅਕਸਰ ਹੀ ਮੰਜੀ ਸਾਹਿਬ ਸੰਤਾਂ ਦਾ ਭਾਸ਼ਣ ਸੁਣਨ ਦਰਬਾਰ ਸਾਹਿਬ ਚਲੇ ਜਾਂਦੇ ਪਿਤਾ ਜੀ ਅੰਦਰਲਾ ਜੁਝਾਰੂਪਣ ਜਾਗ ਉੱਠਿਆ ਤੇ ਆਪਣੇ ਤੋਂ ਗਿੱਠ ਉੱਚੇ ਕਰਤਾਰ ਸਿੰਘ ਨਾਲ ਹੱਥੋਂ ਪਾਈ ਹੋ ਪਏ। ਅਖੀਰ ਭਾਰੀ ਜਦੋਜਹਿਦ ਮਗਰੋਂ ਕੁੜੀ ਛੁਡਾਈ ਲਈ ਰਾਤੋਂ ਰਾਤ ਵਾਰਸਾਂ ਨੂੰ ਸੁਨੇਹਾ ਵੀ ਘੱਲ ਦਿੱਤਾ। ਅਗਲੇ ਦਿਨ ਲੋ ਲੱਗਣ ਤੋਂ ਪਹਿਲਾਂ ਕੁੜੀ ਘਰ ਅੱਪੜ ਗਈ ਤੇ ਪਿੰਡ ਕਿਸੇ ਨੂੰ ਕੰਨੋ ਕੰਨ ਖਬਰ ਤੱਕ ਵੀ ਨਾ ਲੱਗੀ। ਕੁਝ ਦਿਨਾਂ ਮਗਰੋਂ ਹੀ ਉਸ ਕੁੜੀ ਦਾ ਵਿਆਹ ਦਿੱਲੀ ਕਰ ਦਿੱਤਾ ਗਿਆ। ਉਸ ਮਗਰੋਂ ਉਹਨਾਂ ਦੀ ਸਾਡੇ ਨਾਲ ਸਦੀਵੀ ਸਾਂਝ ਪੈ ਗਈ। ਦੋਵੇਂ ਕਿੰਨੇ ਹੀ ਸਾਲਾਂ ਤੱਕ ਸਾਡੇ ਘਰ ਆਉਂਦੀਆਂ ਰਹੀਆਂ। ਮਾਤਾ ਜੀ ਪਹਿਲਾਂ ਪਿਤਾ ਜੀ ਦੇ ਗਲ ਲੱਗ ਦਿਲ ਹੌਲਾ ਕਰਦੀ ਤੇ ਫਿਰ ਉਹਦੇ ਮੂੰਹ ਨਿਕਲਦੀਆਂ ਢੇਰ ਸਾਰੀਆਂ ਦੁਆਵਾਂ ਨਾਲ ਹਰ ਪਾਸੇ ਅਸੀਸਾਂ ਦੇ ਅੰਬਾਰ ਲੱਗ ਜਾਇਆ ਕਰਦੇ। ਦੋਸਤੋ, ਪਿਤਾ ਜੀ ਭਾਵੇਂ ਅੱਜ ਯਾਨੀ 14 ਜਨਵਰੀ 2015 ਵਾਲੇ ਦਿਨ ਅਚਾਨਕ ਰਵਾਨਗੀ ਪਾ ਗਏ, ਪਰ ਜਾਂਦੇ ਜਾਂਦੇ ਉਸ ਇੱਕ ਰਾਤ ਵਿੱਚ ਕਮਾਇਆ ਹੋਇਆ ਅਸੀਸਾਂ ਤੇ ਨਸੀਹਤਾਂ ਦਾ ਇੱਕ ਐਸਾ ਦੁਰਲੱਭ ਖਜ਼ਾਨਾ ਛੱਡ ਗਏ ਜਿਸ ਨੇ ਕਈ ਨਾਜ਼ੁਕ ਮੌਕਿਆਂ ਤੇ ਸਾਨੂੰ ਕਰਤਾਰ ਸਿੰਘ ਬਣਨੋਂ ਰੋਕੀ ਰੱਖਿਆ। ਹਰਪ੍ਰੀਤ ਸਿੰਘ ਜਵੰਦਾ ਦੀ ਕਹਾਣੀ। ਹਨੇਰੇ ਤੇ ਧੁੰਦ ਦਾ ਠੰਡਾ ਸੀਤ ਮਿਸ਼ਰਣ। ਗੌਰ ਨਾਲ ਵੇਖਿਆ
ਬਾਬਾ ਜੀ ਅਜੇ ਵੀ ਭੋਏ ਤੇ ਬੈਠੇ ਕਿਸੇ ਆਖਰੀ ਗਾਹਕ ਦੇ ਇੰਤਜ਼ਾਰ ਵਿੱਚ ਸਨ। ਆਸੇ-ਪਾਸੇ ਸਭ ਜਾ ਚੁੱਕੇ ਸਨ। ਪੁੱਛਿਆ, ਬਾਬਾ ਜੀ ਦੱਸੋ ਅੱਜ ਕਿੰਨੇ ਪੈਸੇ ਦਿਆਂ? ਆਖਣ ਲੱਗੇ, ਜੋ ਮਰਜ਼ੀ ਦੇ ਦੇ ਪੁੱਤ। 10 ਦੇ 3 ਨੋਟ ਫੜਾਏ। ਖੁਸ਼ ਹੋ ਗਏ। ਬਚੇ ਹੋਏ ਸਾਰੇ ਆਲੂ, ਟਮਾਟਰ, ਗੋਭੀ, ਮਟਰ, ਪਾਲਕ ਤੇ ਹੋਰ ਵੀ ਕਿੰਨਾ ਕੁਝ ਇੱਕ ਬੋਰੀ 'ਚ ਪਾ ਮੇਰੇ ਸਾਈਕਲ ਮਗਰ ਰੱਖਦੇ ਹੋਏ ਆਖਣ ਲੱਗੇ, ਅੱਜ ਤੈਨੂੰ ਘੜੀ ਲੱਗੂ ਬਣਾਉਣ ਲੱਗਿਆ। ਆਲੂ ਥੋੜੇ ਮਾੜੇ ਨੇ। ਆਖਿਆ, ਕੋਈ ਨਹੀਂ ਬਾਬਾ ਜੀ, ਤੁਸੀਂ ਅੱਪੜੋ ਵੇਲੇ ਸਿਰ ਠੰਡ ਬੜੀ ਏ। ਘਰੇ ਅੱਪੜਿਆ ਤਾਂ ਡੰਗਰ ਉਡੀਕੀ ਜਾ ਰਹੇ ਸਨ। ਪਿੱਛੋਂ ਬੋਰੀ ਲਾ ਕੇ ਸਾਰਾ ਕੁਝ ਖੁਰਲੀ 'ਚੋਂ ਲੱਦ ਦਿੱਤਾ। ਹੱਥ ਧੋ ਕੇ ਬਣੀ ਹੋਈ ਰੋਟੀ ਖਾਣ ਬੈਠੇ ਨੂੰ ਫਿਕਰ ਜਿਹਾ ਖਾਈ ਜਾਵੇ, ਬਾਬਾ ਜੀ ਵੇਲੇ ਸਿਰ ਘਰੇ ਅੱਪੜ ਗਿਆ ਹੋਵੇ ਸਹੀ। ਨਾਲ ਦੀ ਆਖਣ ਲੱਗੀ, ਅੱਜ ਸਵੇਰੇ ਪ੍ਰਭਾਤ ਫੇਰੀ ਦਾ ਲੰਗਰ ਛਕੇ ਬਗੈਰ ਨਿਕਲ ਗਏ ਸੋ ਕੱਲ ਇੰਜ ਨਾ ਕਰਿਓ, ਬਦਸ਼ਗਨੀ ਹੁੰਦੀ ਏ। ਆਖਿਆ, ਨਹੀਂ, ਹੁਣੇ ਦਰਸ਼ਨ ਕਰਕੇ ਆਇਆ। ਪੁੱਛਣ ਲੱਗੀ, ਕਿਸ ਦੇ? ਆਖਿਆ, ਰੱਬ ਦੇ। ਗਲੀ ਦੀ ਨੁੱਕਰ 'ਚ ਬੈਠਾ ਮੈਨੂੰ ਉਡੀਕੀ ਜਾਂਦਾ ਸੀ। ਧੀ ਆਖਣ ਲੱਗੀ, ਪਾਪਾ ਜੀ ਦੇ ਸਿਰ ਨੂੰ ਠੰਡ ਲੱਗ ਗਈ ਲੱਗਦੀ, ਐਵੇਂ ਆਪਲੀਆਂ ਟੱਪਲੀਆਂ ਮਾਰੀ ਜਾਂਦੇ। ਹਾਸਾ ਪੈ ਗਿਆ, ਪਰ ਮੈਂ ਬੇਫਿਕਰ ਹੋ ਗਿਆ। ਖੁਰਲੀ ਖਾਲੀ ਕਰਨ ਮਗਰੋਂ ਹੇਠਾਂ ਬੈਠ ਜੁਗਾਲੀ ਕਰਦੇ ਲੱਗ ਪਏ ਡੰਗਰ ਵੇਖ ਤਸੱਲੀ ਹੋ ਗਈ ਸੀ ਕਿ ਬਾਬਾ ਜੀ ਪੱਕਾ ਘਰੇ ਅੱਪੜ ਗਿਆ ਹੋਣਾ। ਧੰਨਵਾਦ।